सतनाम वाहिगुरु साहिब जी। सलोक करन कारण प्रभ एक है, दूसर नाही कोय। नानक तिस बलिहारन, जल थल मैहल सोए। वाहिगुरु जी का खालसा, वाहिगुरु जी की फतेह। गुरु प्यारी साध संगत जी, सतगुरां दी किरपा सदका लड़ीवार श्री सुखमनी साहिब जी की बाणी की विचार आप जी सरवण कर रहे हो। अज आप 11वीं अष्टपदी अते नाल दर्ज सलोक की विचार गुरु साहिब जी की किरपा नाल सांझी करनी है। साहिब जी किरपा कर रहे हैं। सलोक करन कारण प्रभ एक है। ये जिन्ना भी संसार है, संसार की रचना करन दा सिरजनहार जिहड़ा है वो परमात्मा है। करन कारण प्रभ एक है, दूसर ना ही कोई। और दूसरा नहीं है, परमात्मा ही अकाल पुरख वाहिगुरु, जिन्हों असी कई नावां दे नाल पुकारदे हां, वो एक है। करण कारण प्रभ एक है, दूसर नाही कोई। नानक तिस बलिहारन। सब कहते हैं मैं उस परमात्मा तो सदके जांदा हाँ। किस परमात्मा तो? जल थल मैहल सोए, जिहड़ा जल विच भी, थल खुशकी विच भी, आकाश विच, भाव सब जगह मौजूद है। अष्टपति करन करावण करन जोग। जो कहते समर्था है उहदे कोल, करन ते कराउण दी समर्था है। करदा है ते जीवां दे कोलों कराउंदा है, पर उही हुंदा है जो उहनूं पाउंदा है। जो तिस भावै सोई होग। खिन में एक छिन विच थाप उथापण हारा। एक छिन दे विच सृष्टि पैदा कर सकदा है, एक छिन दे विच खत्म कर सकदा है। अंत नहीं किश पारा वारा। उरले ते परले बन्ने दा कोई भी अंत नहीं है। हुक्मे धार आधार रहावै। अपने हुक्म दे विच ही सारी सृष्टि बनाउंदा ते सहारा दिंदा है। गुरु प्यारिओ, परमात्मा का सहारा कितना वड्डा है। चंद्रमा सूरज ये किहदे सहारे खड़े है? जिहड़ा आसमान असीं देखदे हैं, आपां चंदवा साहब भी लाउणा होवे ते चार पासे सहारा चाहीदा है। एडा वड्डा आकाश परमात्मा ने बना दिता ते ये साइंस भी मानती है भी खिच है। खिच गई है परमात्मा काल पुरख, उहदे सहारे खड़ा है। हुक्मे धार आधार रहावै। हुक्म उपजै। उहदे हुक्म तो सब कुछ पैदा हुंदा है। हुक्म समावै, उहदे विच लीन हो जांदा। हुक्म ऊच नीच विहार। उहदे हुक्म दे विच ही कोई उच्चा कोई नीवा, ये बरतो बहार बनया है। हुक्म अनक रंग प्रकार। अनेकां किस्मां दे खेड़ तमाशे जिहड़े उहदे हुक्म दे विच हुंदे आ। कर कर देखा अपनी वडियाई। वो परमात्मा अपनी बनाई हुई सृष्टि नूं आप ही देख रहा है। और परमात्मा कित्थे है? साहब कहंदे नानक सब मैं रहा समाई। वो सारियां दे विच लीन है।
ਪ੍ਰਭ ਭਾਵੈ ਮਾਨੁਖ ਗਤ ਪਾਵੈ। ਹਾਂ, ਪ੍ਰਭੂ ਨੂੰ ਭਾ ਜਾਏ ਤੇ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਹੋ ਜਾਂਦੀ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਉਹਨੂੰ ਭਾ ਜਾਏ ਤੇ ਪੱਥਰ ਵੀ ਤਾਰ ਦਿੰਦਾ ਹੈ। ਪਰ ਇਹਦਾ ਭਾਵ ਜਿਹੜਾ ਇਸ ਪੰਕਤੀ ਦਾ ਹੈ ਕਿ ਉਹ ਪ੍ਰਮਾਤਮਾ ਜਿਹੜਾ ਪੱਥਰ ਚਿੱਤ ਤਾਰਨ ਦੀ ਬਹੁਤ ਵੱਡੀ ਸਮਰੱਥਾ ਰੱਖਦਾ ਹੈ। ਜਿਹੜੇ ਪੱਥਰ ਦਿਲ ਕਠੋਰ ਹੋ ਜਾਂਦੇ ਹਨ, ਕਿੱਡੀ ਵੱਡੀ ਉਹਦੀ ਕਿਰਪਾ ਹੈ, ਕਿੱਡੀ ਵੱਡੀ ਤਾਕਤ ਹੈ ਪ੍ਰਮਾਤਮਾ ਦੀ। ਜਿਹੜੇ ਕਿਸੇ ਨੂੰ ਨਹੀਂ ਮੰਨਦੇ, ਜਿਹਨੂੰ ਕਹਿੰਦੇ ਨਾਸਤਕ, ਉਹਨਾਂ ਨੂੰ ਵੀ ਪ੍ਰਮਾਤਮਾ ਤਾਰ ਦਿੰਦਾ ਹੈ। ਪ੍ਰਮਾਤਮਾ ਪੱਥਰ ਵੀ ਤਾਰਦਾ ਹੈ ਤੇ ਪ੍ਰਮਾਤਮਾ ਪੱਥਰ ਚਿੱਤ ਦਿਲ ਜਿਹੜੇ ਲੋਕਾਂ ਦੇ ਹਨ, ਉਹਨਾਂ ਨੂੰ, ਮਨੁੱਖਾਂ ਨੂੰ ਵੀ ਤਾਰ ਦਿੰਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਹਾਂ, ਉਹਨੂੰ ਭਾਜੇ ਤੋਂ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਬਡਰੁੱਖਾਂ ਪਿੰਡ ਦੇ ਵਿੱਚ ਇੱਕ ਮਹਾਨ ਕੀਰਤਨੀ ਹੋਏ ਗਿਆਨੀ ਗੁੱਦਰ ਸਿੰਘ ਜੀ। ਜੀਂਦ ਦਾ ਰਾਜਾ ਸੀ ਗਜਪਤ ਸਿੰਘ, ਦੀਵਾਨ ਲੱਗਿਆ ਹੋਇਆ ਤੇ ਗਿਆਨੀ ਜੀ ਕੀਰਤਨ ਔਰ ਗੁਰਮਤਿ ਵਿਚਾਰਾਂ ਸਰਵਣ ਕਰਾ ਰਹੇ ਸਨ। ਰਾਜਾ ਗਜਪਤ ਸਿੰਘ ਉੱਥੇ ਪਹੁੰਚਦਾ ਹੈ, ਸਮਾਪਤੀ ਹੁੰਦੀ ਹੈ ਤੇ ਗਿਆਨੀ ਗੁੱਦਰ ਸਿੰਘ ਜੀ ਨੂੰ ਮਿਲਦਾ ਹੈ। ਕਹਿਣ ਲੱਗਾ, ਮੈਂ ਰਾਸ਼ਨ ਲੈ ਕੇ ਆਇਆ ਹਾਂ, ਅੱਧਾ ਗੁਰੂ ਕੇ ਲੰਗਰਾਂ ਵਾਸਤੇ, ਅੱਧਾ ਮੈਂ ਹਰਿਦੁਆਰ ਲੈ ਕੇ ਜਾ ਰਿਹਾ। ਗਿਆਨੀ ਗੁੱਦਰ ਸਿੰਘ ਜੀ ਨੂੰ ਕਦੋਂ ਪਤਾ ਲੱਗਾ ਸੀ ਕਿ ਇਹਦੇ ਘਰ ਬੱਚੀ ਨੇ ਜਨਮ ਲਿਆ ਤੇ ਇਹਨੇ ਬੱਚੀ ਨੂੰ ਜੰਮਦਿਆਂ ਹੀ ਮਿੱਟੀ ਦੇ ਵਿੱਚ ਦੱਬ ਦਿੱਤਾ। ਅੱਜ ਕੱਲ੍ਹ ਤਾਂ ਮਸ਼ੀਨਾਂ ਦੇ ਨਾਲ ਖਤਮ ਕਰ ਦਿੰਦੇ ਨੇ, ਮਾਂ ਦੇ ਪੇਟ ਵਿੱਚ ਹੀ ਖਤਮ ਕਰ ਦਿੰਦੇ ਆ। ਉਸ ਵੇਲੇ ਜੰਮਣ ਤੋਂ ਬਾਅਦ ਮਾਰ ਦਿੰਦੇ ਸਨ। ਕਹਿਣ ਲੱਗੇ, ਜਾ ਭਾਈ ਉਸ ਬੱਚੀ ਨੂੰ ਕੱਢ, ਉਸ ਬੱਚੀ ਦੇ ਉੱਪਰ ਕੌਮ ਦਾ ਭਵਿੱਖ ਖੜਾ ਹੈ। ਇੱਥੇ ਤੇਰਾ ਜਿਹੜਾ ਲੜਕੀ ਨੂੰ ਮਾਰਦਾ ਹੈ ਨਾ, ਕੁੜੀ ਨੂੰ ਮਾਰਦਾ ਹੈ, ਉਹਦਾ ਰਾਸ਼ਨ ਗੁਰੂ ਕੇ ਲੰਗਰ ਵਿੱਚ ਨਹੀਂ ਵਰਤ ਸਕਦਾ ਹੈ। ਵਾਪਸ ਗਿਆ, 2-3 ਦਿਨ ਹੋ ਗਏ ਸਨ। ਉਸੇ ਜਗ੍ਹਾ ਤੋਂ ਜ਼ਮੀਨ ਨੂੰ ਪੁੱਟਿਆ, ਉਹ ਘੜਾ ਕੱਢਿਆ, ਵਿੱਚੋਂ ਮਟਕਾ ਕੱਢਿਆ, ਹੈਰਾਨ ਹੋ ਗਿਆ। 2 ਦਿਨ ਬਾਅਦ ਵੀ ਉਹ ਬੱਚੀ ਜਿਹੜੀ ਅੰਗੂਠਾ ਚੁੰਘ ਰਹੀ ਹੈ, ਕੋਈ ਹਵਾ ਨਹੀਂ ਜਾਂਦੀ ਉੱਥੇ ਮਿੱਟੀ ਦੇ ਵਿੱਚ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਬੱਚੀ ਦਾ ਨਾਮ ਰੱਖਿਆ ਗਿਆ ਰਾਜ ਕੌਰ। ਮਹਾ ਸਿੰਘ ਦੇ ਨਾਲ ਸ਼ਾਦੀ ਹੋਈ ਤੇ ਪੁੱਤਰ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ। ਅੱਜ ਸੋਚਣ ਦੀ ਲੋੜ ਹੈ, ਜਿਹੜੇ ਆਪਣੀਆਂ ਬੱਚੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਖਤਮ ਕਰ ਦਿੰਦੇ, ਪਤਾ ਨਹੀਂ ਕਿੰਨਾ ਕੁ ਕੌਮ ਦਾ ਭਵਿੱਖ, ਕਿੰਨਾ ਕੁ ਖੜਾ ਹੋਏਗਾ ਉਹਨਾਂ ਦੇ ਜੀਵਨ ਦੇ ਵਿੱਚ, ਕੀ ਉਹਨਾਂ ਨੇ ਬਣਨਾ ਸੀ, ਕੀ ਪ੍ਰਮਾਤਮਾ ਦੀ ਕਿਰਪਾ ਸੀ। ਬਹੁਤ ਵੱਡਾ ਪਾਪ ਹੈ, ਕਿਤੇ ਨਹੀਂ ਬਖਸ਼ਿਆ ਜਾਂਦਾ। ਹਾਂ, ਪ੍ਰਮਾਤਮਾ ਬਹੁਤ ਵੱਡਾ ਹੈ, ਉਹ ਸਾਰਿਆਂ ਦੀ ਰੱਖਿਆ ਕਰਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਭਾਖੈ। ਪ੍ਰਭੂ ਨੂੰ ਭਾ ਜਾਏ ਤੇ ਉਹਦੇ ਗੁਣਾਂ ਨੂੰ ਗਾਇਨ ਕੀਤਾ ਜਾ ਸਕਦਾ। ਪ੍ਰਭ ਭਾਵੇ ਤਾਂ ਪਤਿਤ ਉਧਾਰੇ। ਪਤਿਤ ਕਹਿੰਦੇ ਜਿਹੜਾ ਧਰਮ ਤੋਂ ਡਿੱਗ ਜਾਂਦਾ ਹੈ। ਆਪ ਕਰੈ, ਆਪ ਹੀ ਪੈਦਾ ਕਰ ਰਿਹਾ ਸੰਸਾਰ, ਆਪਣ ਵਿਚਾਰੇ, ਆਪ ਹੀ ਵਿਚਾਰ ਕਰੇ। ਦੋਹਾਂ ਸਿਰਿਆਂ ਕਾ ਆਪ ਸੁਆਮੀ। 2 ਸਿਰੇ ਕਿਹੜੇ ਹਨ? ਲੋਕ ਤੇ ਪਰਲੋਕ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ। ਉਹ ਸੰਸਾਰ ਦੇ ਵਿੱਚ ਵਿਚਰ ਰਿਹਾ, ਸਾਰਾ ਤਮਾਸ਼ਾ ਦੇਖ ਰਿਹਾ, ਖੁਸ਼ ਹੁੰਦਾ ਕਿਉਂਕਿ ਅੰਤਰਜਾਮੀ ਹੈ। ਜੋ ਭਾਵੈ ਸੋ ਕਾਰ ਕਰਾਵੈ। ਹਾਂ, ਜੋ ਉਹਨੂੰ ਪਾਉਂਦਾ ਉਹੀ ਕਰਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਤੇ ਉਹ ਅਕਾਲ ਪੁਰਖ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਬਖਸ਼ਿਸ਼ ਕਰਦਾ ਪਰ ਕਿਸੇ ਦੂਸਰੇ ਨੂੰ ਨਹੀਂ ਦਿਖਦਾ। ਸਾਹਿਬ ਕਹਿੰਦੇ, ਕਹੋ ਮਾਨੁਖ ਤੇ ਕਿਆ ਹੋਏ ਆਵੈ। ਹੁਣ ਦੱਸੋ ਵੀ ਮਨੁੱਖ ਦੇ ਕੋਲ ਕੀ ਹੋ ਸਕਦਾ? ਕੁਛ ਵੀ ਨਹੀਂ ਕਰ ਸਕਦਾ। ਹੁਣ ਬੰਦਿਆਂ ਨੇ ਕੀ ਕਰ ਲਿਆ? ਇੰਨੀ ਤਰੱਕੀ ਕਹਿੰਦੇ ਅਸੀਂ ਕਰ ਲਈ ਆ ਵੀ ਅਸੀਂ ਚੰਦ ਤੇ ਚੜ੍ਹ ਗਏ ਆ, ਪਰ ਦਵਾਈ ਨਹੀਂ ਬਣੀ ਇਹਨਾਂ ਦੇ ਕੋਲ। ਦੱਸੋ ਨਾ ਕੀ ਕਰ ਸਕਦੇ? ਕਹੋ ਮਾਨੁਖ ਤੇ ਕਿਆ ਹੋਇਆ ਆਵੈ। ਹੁੰਦਾ ਕੀ ਆ? ਜੋ ਤਿਸ ਭਾਵੈ ਸੋਈ ਕਰਾਵੇ। ਹੁੰਦਾ ਉਹ ਹੈ ਜੋ ਪ੍ਰਮਾਤਮਾ ਕਰਦਾ ਹੈ, ਜੋ ਕਰਾਉਂਦਾ ਹੈ। ਇਸਕੇ ਹਾਥ ਹੋਏ ਤਾਂ ਸਭ ਕਿਛ ਲੈ। ਹਾਂ, ਇਹਦੇ ਹੱਥ ਵਿੱਚ ਕੁਛ ਹੋਵੇ ਨਾ ਤੇ ਇਹ ਦੂਸਰਿਆਂ ਦਾ ਵੀ ਖੋਹ ਲਵੇ।
इसके हाथ होए, बंदे दे हत्थ विच होवे ना ते मेरे कोल सारा कुछ आ जाए, इसके हाथ होए तां सब किस ले, वो सारा कुछ लोगों का भी खिच लवे, पर ये हथ विच नहीं है। ये तो शुक्र है परमात्मा का भी रोटी उन्हें अपने हथ रखे, रिजक अपने हथ रखे। तुसीं देखो ना हंकारी बंदियां नूं सुन के देखो, मैं इनू फलाने बंदे नूं भुखा मार देंगा, जो झगड़े हो जाते भरावां दे झगड़े ने दूसरे भरा नूं भुखा मार देंगा, देखांगा किदां खांदा है, पर ये हथ विच नहीं है। इसके हाथ होए तां सब किस ले। किसी अदीब ने बड़ा सोहना लिखिया, मकामे शुक्र की रोजी खुदा के हाथ में है, जे भी इंसान के पास होती तो क्या होता। जे बंदे दे हाथ रोजी होंदी ना रोटी देनी तो की होंदा। इब्राहिम दा एक नेम सी, किसी बंदे नूं खिला के खांदा सी, 3-4 दिन अगे कोई आया ही नहीं। 4 दिन बाद एक बजुर्ग आया 80-90 साल का, रोटी मिलेगी, कहने लगा जी आया नूं आओ। हाथ पैर धवाए, लिया के थाल रखे, खान लग गया, कहने लगा शुक्र कर खुदा दा, तां रोटी देंगा। उन्हें गल कही, कहने लगा देख जे खुदा ने दिता होंदा तो मैं घर ना खांदा, तेरे कोल मंगना होंदा, मैनू की दिता खुदा ने। बड़ा उन्हें लांभे दिते, उन्हें थाल चुक लिया, धक्का मार के बाहर कढ़ दिता। पर जिस वेले इबादत विच जुड़िया इब्राहिम, उन्हें एक आवाज़ आई, उस बंदे नूं 80 साल हो गए मैनू गालां कढ़दे नूं, मैं उन्होंने फिर दिना हाँ, अज मैं उन्होंने तेरे घर भेजा रोटी खाण वास्ते, पर तू उन्होंने कहते भेज दिता बाहर। बंदे दे हथ विच होवे तो बंदा भुखा मार देवे। कहंदे इसके हाथ होए तां सब किस ले, पर हुंदा की है जो तिस भाव है सोई करे। बंदियां ने तो बहुत कुछ कीता है, बहुत कुछ कीता है, बंदियां ने तो रब नूं भी नहीं छड्डिया। बड़ा सोहना किसी ने खुदाया हवस के बंदे वफा को बेच देते हैं, खुदा के घर की छोड़िए खुदा को बेच देते हैं। अब बेचते ना, मूर्तियां भी बिक जाती हैं, बहुत कुछ बेचते हैं। इसके हाथ होए तां सब किस ले, जो तिस भाव है सोई करे। अन जानत, ये मूर्ख है, जानता नहीं है, माया दे विच मस्त है। अन जानत विख्या मैं रचे, जे जानत आपन आप बचे। जे जानता होवे ना अपने आप को बचा लवे। भरमे भूला दह दिस धाव है, भटकना दे विच होया, भुलिया होया है, दह दिस धाव है। 10 पासी दौड़, 10 पासे किहड़े आ? 4 दिशावां, 4 कोने, 8 आसमान ते धरती, 10 दिशावां च घुमदा। निमख में 4 कुंट फिर आवे, निमक कहते अख झमकन जितना समन, पूरी सृष्टि घूम के आ जाता बंदा। कर किरपा जिस अपनी भगत दे, इत्थे भगत का अर्थ है भगती, जिन्हों अपनी बंदगी दिंदा नानक ते जन नाम मिले, उस मनुख नूं ही परमात्मा दे नाम की प्राप्ति होंदी। खिन मैं नीच कीट को राज, एक छिन दे विच नीवियां नूं भी कीड़ियां नूं भी राज गद्दी ते बिठा दिंदा, एक छिन दे विच। खिन मैं नीच कीट को राज, नीवियां नूं कीड़ियां नूं भी परमात्मा जिहड़ा है राज बख्शा। कहंदे ना बाणी दे विच, कीड़ा थाप दे पातशाही, लश्कर करे सुवाह, वो कीड़ियां नूं भी पातशाह बना दिंदा। साध संगत जी, एक बाबर का वड्डा वडेरा होया तमूर, ते वो लंगड़ा सी, ते एक उसदी लड़ाई हुई एक राजे दे नाल, वाजिद खां दे नाल। तैमूर उहदे विच जित गया ते वाजिद खां हार गया। उहनूं दरबार विच पेश किया। जिहड़ा वाजिद सी वो काणा सी, वो लंगड़ा सी। जदों उहनूं दरबार दे विच लै के आए बेड़ियां नाल बन के, तो हसन लग गया तैमूर। वाजिद खान ने आख्या, कहन लगा देख हार जित तो हुंदी है, पर इन्ना तेनू हसना नहीं चाहिए, मैं भी तो राजा ही हाँ, तू राजा जे जित गया फिर इन्ना हंकार नहीं करना चाहिए। वो कहने लगा मैं इस करके नहीं हस रहा भी तू हार गया मैं जित गया, मैं इस करके हस रहा कि अल्लाह के उपर हस रहा भी अल्लाह जिस वेले दिंदा ते लंगड़ियां ते काणियां नूं भी राज दे दिंदा है। मैं लंगड़ा तू काणा, ते तेनू भी राजा बनाया तो मैनू भी राजा बनाया। वो बहुत कुछ कर सकता है। खिन मैं नीच कीट को राज,
ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਭਾਈ ਕਾਲਾ ਇੱਕ ਹੋਇਆ ਤੇ ਉਹਦੇ ਭਤੀਜੇ ਸਨ ਫੂੜ ਤੇ ਸੰਦਲੀ। ਉਹਨਾਂ ਦਾ ਮੰਗਣ ਦਾ ਢੰਗ ਸੀ, ਉਹ ਆਪਣੇ ਢਿੱਡ ਨੂੰ ਨੰਗਾ ਕਰਕੇ ਹੱਥ ਮਾਰਦੇ ਆ। ਗੁਰੂ ਸਾਹਿਬ ਸਮਝ ਗਏ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਤਾਂ ਰਾਜ ਕਰੋਗੇ, ਜਮਨਾ ਤੋਂ ਘੋੜੇ ਤੁਹਾਡੇ ਪਾਣੀ ਪੀਆ ਕਰਨਗੇ। ਤੇ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਰਿਆਸਤਾਂ ਉਹਨਾਂ ਨੂੰ ਮਿਲੀਆਂ। ਉਹ ਬਹੁਤ ਵੱਡਾ ਪ੍ਰਮਾਤਮਾ, ਬਹੁਤ ਵੱਡਾ ਹੈ। ਕੀ ਕਰਦਾ? ਕਹਿੰਦੇ ਇੱਕ ਛਿਨ ਦੇ ਵਿੱਚ ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਉਹ ਗਰੀਬਾਂ ਨੂੰ ਨਵਾਜਣ ਵਾਲਾ। ਤੁਸੀਂ ਕਿਸੇ ਗ੍ਰੰਥ ਵਿੱਚ ਨਹੀਂ ਪੜ੍ਹਿਆ ਹੋਵੇਗਾ ਕਿ ਪ੍ਰਮਾਤਮਾ ਅਮੀਰ ਨਵਾਜ। ਕਿਹੜੀ ਗਰੀਬੀ? ਹਿਰਦੇ ਦੀ ਗਰੀਬੀ। ਪ੍ਰਮਾਤਮਾ ਜਿਹੜਾ ਗਰੀਬ ਨਵਾਜ ਹੈ, ਪਾਰ ਬ੍ਰਹਮ ਗਰੀਬ ਨਵਾਜ। ਕੀ ਕਰਦਾ? ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਬੰਦੇ ਨੂੰ ਕੋਈ ਨਾ ਦੇਖਦਾ ਹੋਵੇ, ਮਤਲਬ ਉਹਨੂੰ ਕੋਈ ਦੇਖਣ ਲਈ ਤਿਆਰ ਵੀ ਨਾ ਹੋਵੇ, ਜੇ ਪ੍ਰਮਾਤਮਾ ਨੂੰ ਭਾ ਜਾਏ ਨਾ, ਤਿਸ ਤਤਕਾਲ ਦਹ ਦਿਸ ਪ੍ਰਗਟਾਵੇ, ਪੂਰੀ ਦੁਨੀਆ ਵਿੱਚ ਉਹਨੂੰ ਪ੍ਰਸਿੱਧ ਕਰ ਦਿੰਦਾ ਹੈ। ਜੇ ਉਹ ਆ ਜਾਏ ਨਾ ਆਪਣੀ ਆਈ ਤੇ ਪ੍ਰਮਾਤਮਾ, ਜਿਹਨੂੰ ਕੋਈ ਵੀ ਨਾ ਜਾਣਦਾ, ਜਿਹਦੇ ਵੱਲ ਕੋਈ ਦੇਖਣ ਵਾਸਤੇ ਤਿਆਰ ਨਹੀਂ ਹੈ, ਤੇ ਪ੍ਰਮਾਤਮਾ ਵਿੱਚ ਇੰਨੀ ਤਾਕਤ ਹੈ, ਤਿਸ ਤਤਕਾਲ ਦਹ ਦਿਸ ਪ੍ਰਗਟਾਵੇ, ਤਤਕਾਲ ਦੇ ਵਿੱਚ ਕਹਿੰਦੇ ਉਹਨੂੰ ਦੁਨੀਆ ਵਿੱਚ ਪ੍ਰਸਿੱਧ ਕਰ ਦਿੰਦਾ। ਜਾਂ ਕੋ ਆਪਣੀ ਕਰੈ ਬਖਸ਼ੀਸ, ਜਿਹਦੇ ਉੱਪਰ ਆਪਣੀ ਕਿਰਪਾ ਕਰਦਾ ਹੈ, ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਉਹ ਜਗਦੀਸ਼ ਉਹਦਾ ਫਿਰ ਲੇਖਾ ਵੀ ਨਹੀਂ ਕਰਦਾ। ਜੀਓ ਪਿੰਡ ਸਾਹਿਬ ਤਿਸ ਕੀ ਰਾਸ। ਹੇ ਪ੍ਰਮਾਤਮਾ, ਇਹ ਜਿੰਦ, ਇਹ ਪਿੰਡ, ਇਹ ਤੇਰੀ ਪੂੰਜੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਹਰੇਕ ਘਟ ਦੇ ਵਿੱਚ ਉਹ ਪ੍ਰਮਾਤਮਾ ਪੂਰਨ ਪ੍ਰਕਾਸ਼ ਤੌਰ ਤੇ ਫਸਿਆ ਹੋਇਆ ਹੈ। ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਣਤ ਆਪ ਬਣਾਈ। ਆਪਣੀ ਜਿੰਨੀ ਇਹ ਬਣਤ ਹੈ ਪ੍ਰਮਾਤਮਾ ਨੇ ਆਪ ਬਣਾਈ ਹੈ, ਸ੍ਰਿਸ਼ਟੀ ਆਪ ਬਣਾਈ ਹੈ। ਨਾਨਕ ਜੀਵੈ ਦੇਖ ਵਡਾਈ। ਆਪਣੀ ਬਜ਼ੁਰਗੀ ਨੂੰ ਆਪ ਪ੍ਰਮਾਤਮਾ ਦੇਖ ਰਿਹਾ ਹੈ। ਸਭ ਕਹਿੰਦੇ ਹਨ ਇਸ ਕਾ ਬਲ ਨਾ ਹੀ ਇਸ ਹਾਥ। ਸਾਡੇ ਕੋਲ ਸਾਡੀ ਤਾਕਤ ਨਹੀਂ, ਇਸ ਕਾ ਬਲ ਨਾ ਹੀ ਇਸ ਹਾਥ। ਅਸੀਂ ਐਵੇਂ ਗੱਲਾਂ ਕਰੀਏ ਵੀ ਸਾਡੇ ਕੋਲ ਬੜੀ ਤਾਕਤ ਹੈ, ਕੋਈ ਤਾਕਤ ਨਹੀਂ। ਇਹ ਜਿੰਨੀ ਵੀ ਤਾਕਤ ਹੈ ਉਸ ਪ੍ਰਮਾਤਮਾ ਦੀ। ਤੁਸੀਂ ਭਾਗਾਂ ਵਾਲੇ ਪੜ੍ਹਦੇ ਹੋ ਨਾ, ਰੋਜ਼ ਪੜ੍ਹਦੇ ਹੋ ਕਿ ਸਤਿਗੁਰੂ ਮਹਾਰਾਜ ਤੇਰੀ ਤਾਕਤ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਤੇਰੀ ਤਾਕਤ ਹੈ, ਇਸਕਾ ਬਲ ਨਾ ਹੀ ਇਸ ਹਾਥ। ਬੜਾ ਸੋਹਣਾ ਕਿਸੇ ਵਿਦਵਾਨ ਨੇ ਲਿਖਿਆ, ਕਹਿੰਦੇ ਇੱਕ ਤਰਕਵਾਦੀ ਸੀ, ਉਹਨਾਂ ਦਾ ਆਪਣਾ ਖਿਆਲ ਹੁੰਦਾ ਹੈ ਵਿਦਵਾਨਾਂ ਦਾ। ਉਹਨਾਂ ਨੇ ਸੀਤਾ ਨੂੰ ਸਵਾਲ ਕੀਤਾ। ਸੀਤਾ ਨੂੰ ਪੁੱਛਿਆ ਵੀ ਉਹ ਧਨੁਸ਼ ਜਿਹੜਾ ਰਾਵਣ ਵੀ ਨਹੀਂ ਚੁੱਕ ਸਕਿਆ ਸੀ, ਜਿਹਨੂੰ ਤੂੰ ਇੱਕ ਹੱਥ ਨਾਲ ਚੁੱਕ ਲਿਆ ਸੀ, ਪਰ ਜਿੱਦਣ ਤੈਨੂੰ ਰਾਵਣ ਚੁੱਕਣ ਆਇਆ ਤੇ ਉਦਣ ਤੇਰੀ ਤਾਕਤ ਕਿੱਥੇ ਚਲੇਗੀ? ਉਦਣ ਤੇਰੀ ਤਾਕਤ ਕਿੱਥੇ ਚਲੇਗੀ? ਉਹਨੇ ਆਖਿਆ ਸੀ ਮੈਂ ਰਾਮਚੰਦਰ ਦੇ ਆਪਣੇ ਪਤੀ ਦੇ 3 ਹੁਕਮ ਨਹੀਂ ਮੰਨੇ। ਉਹਨੇ ਆਖਿਆ ਸੀ ਵੀ ਘਰ ਰਹੋ, ਮੈਂ ਕਿਹਾ ਸੀ ਨਾਲ ਜਾਣਾ। ਉਹਨੇ ਆਖਿਆ ਸੀ ਆਪਾਂ ਜੰਗਲ ਵਿੱਚ ਘੁੰਮਦੇ ਹਾਂ, ਦੂਸਰਾ ਆਖਿਆ ਸੀ ਹਰਨਸ਼ਾਲਾ ਹੈ, ਮੈਂ ਗੱਲ ਨਹੀਂ ਮੰਨੀ। ਤੀਸਰੀ ਉਹਨੇ ਕਾਰ ਕੱਢੀ ਸੀ ਵੀ ਕਾਰ ਨੂੰ ਟੱਪਣਾ ਨਹੀਂ ਹੈ, ਤੇ ਤੀਸਰੀ ਟੱਪੀ ਆ ਤੇ ਮੈਨੂੰ ਰਾਵਣ ਚੁੱਕ ਕੇ ਲੈ ਗਿਆ। ਮੇਰੀ ਤਾਕਤ ਪਤਾ ਨਹੀਂ ਕਿੱਥੇ ਚਲੇਗੀ। ਤਦ ਸੀ ਸੀਤਾ ਜਦ ਮਨ ਸੀ ਸੀਤਾ, ਤਦ ਸੀ ਬਰਕਤ ਸਾਰੀ। ਬਰਕਤ ਉੱਡ ਗਈ ਤਨ ਸੋ ਸਾਰੀ, ਜਦੋਂ ਹੁਕਮ ਉਲੰਘਣ ਕੀਤਾ। ਸਰੀਰ ਵਿੱਚੋਂ ਸਾਰੀ ਤਾਕਤ ਨਿਕਲ ਗਈ ਜਦੋਂ ਹੁਕਮ ਦੀ ਉਲੰਘਣਾ ਕਰ ਦਿੱਤੀ। ਸਾਹਿਬ ਮਹਾਰਾਜ ਕਿਰਪਾ ਕਰਦੇ, ਕਹਿੰਦੇ ਇਸ ਕਾ ਬਲ ਨਾ ਹੀ ਇਸ ਹਾਥ। ਕਰਨ ਕਰਾਵਣ ਸਰਬ ਕੋ ਨਾਥ। ਕਰਨ ਤੇ ਕਰਾਉਣ ਦੀ ਸਮਰੱਥਾ ਪ੍ਰਮਾਤਮਾ ਕਰ। ਇਹ ਕੀ ਹੈ? ਅਸੀਂ ਕੀ ਹਾਂ? ਸਾਹਿਬ ਕਹਿੰਦੇ ਆਗਿਆਕਾਰੀ ਬਪਰਾ। ਬਪਰਾ ਕਹਿੰਦੇ ਹਨ ਵਿਚਾਰਾ। ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ। ਹਾਂ, ਜੋ ਪ੍ਰਮਾਤਮਾ ਨੂੰ ਭਾਉਂਦਾ ਫਿਰ ਉਹੀ ਹੁੰਦਾ ਹੈ। ਹੁਣ ਪ੍ਰਮਾਤਮਾ ਸਭ ਜਗ੍ਹਾ ਵਸ ਰਿਹਾ। ਕਬੂ ਊਚ ਨੀਚ ਮੈਂ ਵਸੈ। ਉੱਚਿਆਂ ਦੇ ਵਿੱਚ ਨੀਵਿਆਂ ਵਿੱਚ ਵੀ ਹੈ। ਕਬੂ ਸੋਗ ਹਰਖ ਰੰਗ ਹਸੇ। ਕਿਤੇ ਖੁਸ਼ੀ ਵਿੱਚ, ਕਿਤੇ ਗਮੀ ਵਿੱਚ, ਕਿਤੇ ਪ੍ਰੇਮ ਦੇ ਵਿੱਚ ਹੱਸ ਰਿਹਾ ਹੈ। ਕਬੂ ਨਿੰਦ ਚਿੰਦ ਵਿਹਾਰ। ਇਹ ਵੀ ਚਿੰਤਾ ਹੈ ਵੀ ਨਿੰਦਾ ਕਿੱਦਾਂ ਕਰਨੀ ਹੈ, ਇਹਦੇ ਵਿੱਚ ਲੱਗਾ ਹੋਇਆ। ਕਬੂ ਊਬ ਆਗਾਸ ਪਿਆਲ। ਕਦੇ ਬਹੁਤ ਉੱਚੀ ਚੜ੍ਹ ਜਾਂਦਾ ਹੈ, ਕਦੇ ਸੁਰਤ ਇੰਨੀ ਨੀਵੀਂ ਚਲੇ ਜਾਂਦੀ ਹੈ, ਪਤਾਲ ਵਿੱਚ ਪਹੁੰਚ ਜਾਂਦਾ ਹੈ। ਪਰ ਸਭ ਕਹਿੰਦੇ ਹਨ ਕਬੂ ਬੇਤਾ ਬ੍ਰਹਮ ਵਿਚਾਰ। ਕਦੇ ਬੇਤਾ ਬਣ ਜਾਂਦਾ, ਮਹਿਰਮ ਬਣ ਜਾਂਦਾ, ਪ੍ਰਮਾਤਮਾ ਦੀਆਂ ਗੱਲਾਂ ਕਰਦਾ ਹੈ। ਨਾਨਕ ਆਪ ਮਿਲਾਵਣਹਾਰ। ਕਬੂ ਨਿਰਤ ਕਰਹਿ ਬਹੁ ਭਾਤ।
कई वेले किन्ने तरह के नाच करता है। कबहू सोए रहे दिन रात, दिन रात सुता रहता है। कबू महा क्रोध विकराल, कदों बड़े क्रोधी जीवन दे विच जीवन बतीत करता है। कबू सर्ब की होत रवाल, कदे इदां लगदा भी सारियां दे चरण दी धूड़ है। कबू होए बहे बड़ राजा, कदे बहुत वड्डा राजा बन के बैठ जाता है। कबू भिखारी नीच का साजा, भिखारी नीच उन्हां दे विच भी वो बरत रहा है। कबू अप कीरत मैं आवे, कई जे वेले जीव जिहड़ा है बदनामी विच आ जाता है। कबू भला भला कहावे, कई वेले ऐसा हुंदा कि दुनिया भला भला कहंदी बड़ा भला है, पर साहब कहंदे जियों प्रभ राखे तिव ही रहे, गुर प्रसाद नानक सच कहे। सच परमात्मा के नाम नूं उचारण करदा है। परमात्मा व्यापक है, इस करके जीव जिहड़ा है कबू होए पंडित करे विख्यान, कदों पंडित बन के विख्यान करदा। कबू मोहन धारी लावे ध्यान, कदे मोनी बन जाता है, सुरत जोड़ के बह जाता है। कबू तट तीरथ इशनान, तीर्थां दे किनारियां ते जाके बह के अपनी जिंदगी बतीत कर लेंदा है। कबू सिद्ध साधक मुख ज्ञान, कदों सिद्ध बन जाता, साधक बन जाता है, मुखों ज्ञान दीयां गल्लां करदा है। कबू कीट हस्त पतंग होए जी, हुण सारियां जूनां विच घुमदा है। कई जन्म पै कीट पतंगा, कई जन्म गज मीर करंगा। अनक जोन भरमे भरमीआ, अनेकां जोनियां दे विच भरमदा है। नाना रूप ज्यों सवागी दिखावे, सवागी कहते हैं बहुरूपीआ, किन्ने रूप बदलता है। पर साहब कहते ज्यों प्रभाव है तिवे नचावे, जिदा परमात्मा नूं भाउंदा है तो उदा नचा रहा है। जो तिस भाव है सोई होए, हाँ जो उहनूं भाउंदा है वही संसार दे विच हुंदा। नानक दूजा अवर ना कोए। हाँ सब तो वड्डी गल जिहड़ी है, जिथे साडा जीवन बदलना है, जिथे साडे जीवन की घाड़त बननी है, वो भी चीज़ जीवन दे विच मनुख नूं मिलदी है। वो अगे सतगुरु जी कह रहे हैं, कबहू साध संगत यह पावै, ये संगत प्राप्त करता है। तो जदों संगत प्राप्त निकलता, बहुत बारी गुरुद्वारे तो अगे निकल जाता है, आवाज़ भी आउंदी गुरुद्वारे तो मन नहीं करता गुरुद्वारे आउण लई, जे आ जांदा ते बैठण नूं मन नहीं करता। तो जिस वेले बह जाता है मन करके बह जाता है, फिर इहदा जाण नूं मन नहीं करता, इहदा फिर टिकाणा बन जाता है। सब कहते कबू साध संगत यह भाव है, उस स्थान ते बहुर ना आवे अंतर होए। जदों गुरु की संगत करेगा, संगत दे विच वड्डी महानता है। अंदर की होएगा, अंतर होए ज्ञान प्रगास, अंदर इहदे चानण होएगा। उस स्थान का नहीं विनाश, जो अंदर इहदे जीवन दे विच परमात्मा बरकत पा देगा, वो फिर चीज़ का कदे भी नाश नहीं हो सकता। मन तन नाम रते एक रंग, एक परमात्मा दे नाम दे रंग दे विच मन करके शरीर करके उन्होंने याद करता है। सदा वस है पार ब्रह्म के संग, फिर दूर नहीं जानता। तो सतगुर कहते फिर अवस्था ऐसी बन जाती है, ज्यों जल में जल आए खटाना, त्यों ज्योति संग जोत समान। क्योंकि पानी दे विच पानी मिला दो ना, फिर पता नहीं लगेगा कि मेरा पानी केड़ा सी, पानी मिक्स हो जाता है। बूंद का सफर जिहड़ा है सागर है, बूंद ने सागर विच जाके समा जाना है। किसी कवि ने नदी नूं पुछया सी, नदी तू आराम कर लिया कर, दिन रात 24 घंटे चलती रहनी कहती मेरी मंजिल अगे है। मंजिल की है? सागर है, जिथे जाके मेरा अंत होना है, जिथे जाके मैं समा जाना। फिर उत्थे पता नहीं लगना भी नदी का पानी केड़ा ते सागर का केड़ा। ये जिहड़े सागर है ना, इन्हां दा असीं नाप लै सकदे आ। शिप चलते आ, एक किनारे तो चलते आ, दूसरा किनारा पता भी सानू दूसरा, पर रब का सागर एडा वड्डा है, उसका कोई अंदाजा नहीं। आप कह देने ना, लो साडा जी मन नहीं टिकदा, मन नहीं टिकदा, बाणी किदां पढ़ीए मन नहीं लगता, पाठ किदां करिए मन नहीं लगता साडा। मन लगेगा जिदन टिकाणे ते पहुंच जाएगा। टिकाणा की है? संगत। बेनती कर रहे हैं, माफ करना, जेदा मन संगत विच आके नहीं लग्या ना, तो वह मन किते भी नहीं टिक सकता। जेदा मन आके गुरुद्वारे नहीं टिकया ना, वो किते भी नहीं टिक सकता।
ਹੁਣ ਕਈ ਬੈਠੇ ਹੋਣਗੇ ਮੋਬਾਈਲ ਵੀ ਚਲਾਈ ਜਾਣਗੇ, ਦੇਖੀ ਜਾਣ ਵੀ ਹੁਣ ਕਿਹਦਾ ਮੈਸੇਜ ਆ ਗਿਆ, ਕੀ ਪਾਉਣਾ, ਕੀ ਕਰਨਾ ਹੈ। ਜਿਹਦਾ ਮਨ ਨਹੀਂ ਟਿਕਿਆ ਨਾ ਸੰਗਤ ਵਿੱਚ ਆ ਕੇ, ਇਹ ਟਿਕਾਣਾ ਹੀ ਹੈ, ਇਹ ਸਾਗਰ ਹੀ ਹੈ। ਜੇ ਇੱਥੇ ਆ ਕੇ ਮਨ ਨਹੀਂ ਟਿਕਿਆ ਕਿਤੇ ਵੀ ਨਹੀਂ ਟਿਕ ਸਕਦਾ। ਘਰ ਤਾਂ ਉਹਦੇ ਨਹੀਂ ਟਿਕਣਾ, ਬਾਜ਼ਾਰ ਵਿੱਚ ਉਹਦੇ ਨਹੀਂ ਟਿਕਣਾ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਉਂ ਜਲ ਮੇ ਜਲ ਆਏ ਖਟਾਨ, ਜਦੋਂ ਸਾਗਰ ਦੇ ਵਿੱਚ ਬੂੰਦ ਚਲੇਗੀ ਫਿਰ ਸਮਾ ਜਾਏਗੀ, ਤਿਉਂ ਜੋਤੀ ਸੰਗ ਜੋਤ ਸਮਾਨ। ਉਹ ਪਰਮ ਜੋਤ ਪਰਮਾਤਮਾ ਦੀ ਤੇ ਸਾਡੀ ਜੋਤ ਉਹਦੇ ਵਿੱਚ ਲੀਨ ਹੋ ਜਾਏਗੀ। ਤੇ ਫਿਰ ਸਾਹਿਬ ਕਹਿੰਦੇ ਮਿਟ ਗਏ ਗਵਨ, ਇਹ ਸਾਰਾ ਚੱਕਰ ਖਤਮ ਹੋ ਜਾਏਗਾ, ਆਉਣ ਜਾਣ ਦਾ ਚੱਕਰ। ਮਿਟ ਗਏ ਗਵਨ ਪਾਏ ਬਿਸਰਾਮ, ਟਿਕਾਣਾ ਮਿਲ ਜਾਏਗਾ, ਪਹੁੰਚ ਜਾਏਗਾ ਨਾਨਕ ਪ੍ਰਭ ਕੇ ਸਦ ਕੁਰਬਾਨ। ਤੇ ਸਾਹਿਬ ਕਹਿੰਦੇ ਮੈਂ ਉਹ ਪ੍ਰਮਾਤਮਾ ਅਕਾਲ ਪੁਰਖ ਤੋਂ ਸਦ ਕੇ ਜਾਣਾ ਹਾਂ, ਜਿਹੜਾ ਪ੍ਰਮਾਤਮਾ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ ਹੈ। ਸਾਨੂੰ ਜੀਵਨ ਦੇ ਵਿੱਚ ਇਹ ਸਮਝ ਆ ਜਾਏ ਕਿ ਅਸੀਂ ਸੰਗਤ ਨਹੀਂ ਕਰ ਰਹੇ, ਉਹ ਕਰਵਾ ਰਿਹਾ। ਮੈਂ ਬਾਣੀ ਨਹੀਂ ਪੜ੍ਹ ਰਿਹਾ, ਉਹ ਪੜਵਾ ਰਿਹਾ ਹੈ। ਮੈਂ ਚੱਲ ਨਹੀਂ ਰਿਹਾ, ਉਹ ਚਲਾ ਰਿਹਾ ਹੈ। ਅਸੀਂ ਸਿਰਫ ਉਦਮ ਕਰਨਾ ਹੈ, ਬਾਕੀ ਕੰਮ ਪਰਮਾਤਮਾ ਦਾ ਹੈ। ਸਾਨੂੰ ਉਹਨੇ ਦਿਮਾਗ ਦਿੱਤਾ ਹੈ, ਬਖਸ਼ਿਸ਼ ਕੀਤੀ ਹੈ। ਹਮੇਸ਼ਾ ਸ਼ੁਕਰਾਨਾ ਕਰੀਏ। ਗੁਰਦੁਆਰਾ ਸਾਹਿਬ ਆ ਕੇ ਵੀ ਗੁਰੂ ਸਾਹਿਬ ਦੇ ਹੱਥ ਜੋੜ ਕੇ ਅਰਦਾਸ ਕਰੀਏ, ਸਤਿਗੁਰੂ ਮੌਕਾ ਦਿੱਤਾ ਤੂੰ। ਆ ਕਿਸੇ ਮੰਤਰੀ ਨੂੰ, ਕਿਸੇ ਅਫਸਰ ਨੂੰ ਮਿਲ ਕੇ ਆਉਂਦੇ ਹੋ ਨਾ, ਤੇ ਉਹਦਾ 10 ਵਾਰੀ ਕਹਿੰਦੇ ਲਓ ਜੀ ਫਲਾਣੇ ਮੰਤਰੀ ਨੇ ਸਾਨੂੰ ਮੌਕਾ ਦਿੱਤਾ, ਉਹਨੂੰ ਵਾਰ-ਵਾਰ ਸ਼ੁਕਰ ਕਰਦੇ ਹੋ। ਇਹ ਤਾਂ ਮੰਤਰੀਆਂ ਦਾ ਮੰਤਰੀ ਹੈ, ਇਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸ਼ੁਕਰ ਕਰੀਏ। ਗੁਰੂ ਸਾਹਿਬ ਮਹਾਰਾਜ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਬਹੁਤ ਸਮਰੱਥ ਹੈ। ਸਤਿਗੁਰੂ ਕਹਿੰਦੇ ਆਉਂਦਾ ਹੀ ਉਹ ਹੈ ਸੰਗਤ ਵਿੱਚ ਜਿਹਨੂੰ ਮੈਂ ਲੈ ਕੇ ਆਉਂਦਾ ਹਾਂ। ਬਹੁਤ ਭਾਗਾਂ ਵਾਲੇ ਆਪ ਜੀ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਕੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਤੁਹਾਡਿਆਂ ਤੇ ਸਿਰਾਂ ਤੇ ਰਹਿਮਤ ਭਰਿਆ ਹੱਥ ਰੱਖਣ। ਗੁਰੂ ਸਾਹਿਬ ਮਹਾਰਾਜ ਤੁਹਾਡੇ ਨੇਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।